जी व्यूअर्स अस्सलाम वालेकुम, क्या हाल है? ठीक ठाक है, उम्मीद करता हूँ खैरियत से होंगे। अल्हम्दुलिल्लाह मैं भी बिल्कुल ठीक ठाक, अल्लाह का एहसान है। और चांदू भाई फिर मैं आज भी मैंने ठीक इनको ठाक है, शुक्र अल्लाह पाक दा। मैंने चांदू भाई को काबू कर लिया है। मैंने कहा कि आ जाएं आज अपना जो है ना वो अल्बानिया में आपके साथ क्या सलूक हुआ वो वाली स्टोरी सुना दें। व्यूअर्स इंतजार कर यार रहे हैं। ਉਹ ਭਾਵੇਂ ਕਹਿੰਦੇ ਹੋਣ ਕਿ ਮਿੰਟ ਬਾਅਦ ਉੱਥੇ ਹੀ ਬਹਿ ਕੇ ਵੀਡੀਓ ਬਣਾਈ ਜਾਂਦੇ ਨੇ। ਤੇ ਹੋਰ ਇੱਕ ਥਾਂ ਤੇ ਬਹਿਣੀ ਅਗਲੇ ਹੈ। ਦਿਨ ਮਤਲਬ ਕਿ ਅਸੀਂ ਆ ਕੇ ਬਣਾਈ ਹੈ ਵੀਡੀਓ, ਉੱਥੇ ਬਹਿ ਕੇ ਜਗ੍ਹਾ ਤੇ ਬਣਾਈ ਹੈ। ਕਰੋਨਾ ਬਾਬਾ ਜੀ ਬਾਹਰ ਬੜਾ ਫਿਰਦਾ ਜੇ ਪਿਆ, ਇਹ ਵਿਊ ਬਦਲੀਏ ਜਾਂ ਆਪਣੇ ਨਿਜ਼ਾਮ ਬਦਲ ਕੇ ਦਸੀਏ ਕਿ ਜੇ ਨਵੀਂ ਵੀਡੀਓ ਬਣਾਉਣ। ਉੱਥੇ ਬਹਿ ਕੇ ਉਹ ਜਿਹੜੀ ਬਣਾਈ ਹੈ, ਜਿਹੜਾ ਇੱਕ ਪਾਰਟ ਬਣਾਇਆ ਤੇ ਅਸੀਂ ਚਲੇ ਜਾਂਦੇ ਆ। ਫਿਰ ਉਸ ਤੋਂ ਅਗਲੇ ਦਿਨ ਦੀ ਆ ਵੀਡੀਓ ਬਣਦੀ ਹੈ, ਸ਼ੂਟ ਹੁੰਦੀ ਹੈ, ਉਦੋਂ ਹੀ ਸੈਂਡ ਹੁੰਦੀ ਹੈ, ਉਸੇ ਦਿਨ ਹੀ ਅਪਲੋਡ ਹੁੰਦੀ है। वो ज्यादा लंबी नहीं ना बना सकते फिर, क्योंकि बंदा उकताहट महसूस करते ਉਹ हैं, ਬੰਦੇ बोरिंग हो ਕਹਿਣਗੇ जाता है। ਉਹ ਯਾਰ ਕੀ ਫਿਲਮ सुनाते तो की हमारी जो फिल्म है उसका बस दुरानिया चांदू भाई यही होता है, 15 से 16 मिनट का। इससे लंबी जो है ना वो मेरा दिल नहीं करता कि मैं अपने व्यूज को जो है ना वो, क्योंकि अगर वो रोज 15 मिनट टाइम भी मुझे दे देते हैं तो उनका बहुत शुक्रिया, थैंक यू कि आप जनाब हमें वाच तो करते यार हैं। ਹੁਣ ਵੇਲਾ ਮੈਂ ਕੋਈ ਮਜ਼ਾਕ ਨਹੀਂ ਕੀਤਾ ਵੀਡੀਓ ਦੇ ਵਿੱਚ, नहीं सही ਕਿਉਂਕਿ ਉਹ ਵੇਲਾ ਵਿੱਚ ਭਾਈ ਹੋਰੀ ਕਹਿੰਦੇ ਨੇ ਆਪਣਾ तेरे व्यूवर्स सारे नाजरीन बोलते हैं कि आप मजाक करते हो, बीच शुगर मेला ज्यादा लगाते हो, बात कम सुनाते हो। अब आप मेरी बात सुने, गौर से सुने, मैं आपको सब सही बताऊंगा जी। तो चांदू भाई आप वहाँ पे दुआने तोड़ तोड़ के आपने तरबूज खाए और ऊपर से वो बंदा आ गया जिसने आपसे फोन पे कांटेक्ट था, तो आगे शुरू करें फिर। अच्छा। ते ਉਹ ਜਿਹੜਾ ਨਾ ਸਾਹਿਬ ਅੱਗੋਂ ਮਤਲਬ ਕਿ ਦੁਆਣੇ ਸ਼ਵਾਨੇ ਖਾਦੇ, ਅੱਛਾ। ਉਥੋਂ ਗੱਲ ਸੁਣਾਉਂਦੇ ਉੱਥੇ ਬੈਠੇ। ਫਿਰ ਉਹ ਆ ਗਏ ਭਾਜੀ ਜਿਹਦੇ ਨਾਲ ਸਾਡੀ ਮੇਨ ਗੱਲ ਸੀਗੀ, ਜਿਹਦੇ ਫੋਨ ਤੇ ਰਾਬਤਾ। ਉਹਨੇ ਆ ਕੇ ਸਾਡਾ ਹਾਲ ਚਾਲ ਪੁੱਛਿਆ, ਉਹਨੇ ਮਤਲਬ ਹੱਸ ਖੇਡ ਕੇ ਸਾਡੇ ਨਾਲ ਗੱਲ ਕੀਤੀ। ਉਹਨੇ ਕਿ ਟੈਨਸ਼ਨ ਕੋਈ ਨਹੀਂ, ਪ੍ਰੋਬਲਮ ਨਹੀਂ ਹੈ, ਮੇਰਾ ਆਪਣਾ ਘਰ ਹੈ, ਸਾਰਾ ਸਿਸਟਮ। ਅੱਛਾ। ਤੇ ਜਿੱਥੇ ਹੁਣ ਅੱਗੇ ਕਹੋਗੇ ਮੈਂ ਤੁਹਾਨੂੰ ਛੱਡ ਆਵਾਂ। ਤੇ ਅਸੀਂ ਉਹਨੂੰ ਤਹਿਰਾਨਾ ਸ਼ਹਿਰ ਹੈ, ਤਹਿਰਾਨ ਇੱਕ ਤਹਿਰਾਨ ਈਰਾਨ ਦਾ ਸ਼ਹਿਰ ਹੈ ਨਾ, ਉਹ ਤਹਿਰਾਨਾ ਇੱਕ ਤਹਿਰਾਨਾ ਵੇ ਅਲਬਾਨੀਆ ਦਾ ਕੈਪੀਟਲ। ਅਸਾਂ ਜਾਣਾ ਸੀ ਕੈਪੀਟਲ, ਕਿਉਂ ਕੈਪੀਟਲ ਵਾਰ ਜੋ ਹੋਵੇ ਮੁਸ਼ਕਲ ਪ੍ਰੋਬਲਮ योग मतलब मुश्किल स्कंती योग आप स्कंती योग प्रॉब्लम योग पीश बिशी योग। अच्छा। लो बाबा जी उथे अपना बुरदा गैल दी एफसी गैल दी नासे बुरदा गैल। अच्छा ते ਉਹ ਜਿਹੜਾ ਨਾ ਆਪਣਾ ਉੱਥੇ ਪਹੁੰਚੇ, ਆਪਣਾ ਸਿਸਟਮ ਨਿਜ਼ਾਮ ਮਤਲਬ ਕਿ ਉਹਨੇ ਆ ਕੇ ਸਾਨੂੰ ਦੱਸਿਆ ਕਿ ਅੱਗੋਂ ਕੀ ਕਰਨਾ ਹੈ, ਜਾਂ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਤੁਹਾਨੂੰ ਕੈਪੀਟਲ ਜਾਣਾ ਹੋਵੇ ਜਾਂ ਤੁਹਾਨੂੰ ਬਾਰਡਰ ਤੱਕ। ਅੱਗੇ ਮੋਂਟੀਨੈਗਰੋ ਦਾ ਮੁਲਕ ਸ਼ੁਰੂ ਹੋ ਜਾਂਦਾ ਨਾ। ਅੱਛਾ। ਤੇ ਈਰਾਨ ਬੜਾ ਵੱਡਾ, ਅਲਬਾਨੀਆ ਬੜਾ ਵੱਡਾ ਮੁਲਕ ਹੈ। ਨਹੀਂ ਏਡਾ ਵੱਡਾ ਵੀ ਕੋਈ ਨਹੀਂ ਉਹ ਚੰਗਾ ਮਤਲਬ ਕਿ ਮੋਂਟੀਨੈਗਰੋ ਨਾਲ ਵੱਡਾ ਚੋਰੀ। ਹਾਂਜੀ ਠੀਕ ਹੈ। ਅੱਛਾ। ਤੇ ਸੁੱਕਾ ਹੀ ਇਹ ਸਾਡੇ ਵਾਂਗੂ ਹੀ ਹੈ, ਮਤਲਬ ਜਿਵੇਂ ਸਾਡਾ ਪਾਕਿਸਤਾਨ ਨਹੀਂ ਹੈ, ਸੇਮ ਸਾਡਾ ਪਾਕਿਸਤਾਨ ਸੁੱਕਾ ਹੋਏ। ਨਹੀਂ ਉਹ ਤੇ ਮੈਂ ਸੁੱਕੇ ਤੋਂ ਮੈਂ ਤੈਨੂੰ ਗੱਲ ਦੱਸਣਾ, ਸੁੱਕੀ ਤੇ ਉਹ ਜਗ੍ਹਾ ਹੈ ਨਾ ਜਿੱਥੇ ਬਾਰਡਰ ਏਰੀਆ ਪਾਰ ਸ਼ਹਿਰ, ਉਹ ਮੈਂ ਦੱਸਿਆ ਨਾ ਉਨੀ ਕੁਝ। ਬਾਕੀ ਜਿਹੜਾ ਨਾ ਉਹਨਾਂ ਸ਼ਹਿਰ ਵੜੀਏ ਉਹ ਤੋਰ ਆਪਣਾ ਪਾਕਿਸਤਾਨ ਜੈਸਾ ਲੱਗਦਾ ਵੇ। ਅੱਛਾ। ਤੇ ਕਰੰਸੀ ਵੀ ਉੱਥੇ ਇੰਜ ਹੀ ਹੈ। ਕਰੰਸੀ ਮੈਂ ਤੁਹਾਨੂੰ ਫਿਰ ਬਾਅਦੋਂ ਦੱਸਣਾ, ਕਰੰਸੀ ਉੱਥੋਂ ਲੈ ਕੇ ਫਿਰ ਕਰੰਸੀ ਤੱਕ ਉਹਨਾਂ ਉਹ ਜਿਹੜੇ ਬਾਬਾ ਜੀ ਉਹਨਾਂ ਨਾਲ ਗੱਲਬਾਤ ਕੀਤੀ। ਉਹ ਫਿਰ ਸਾਡੇ ਭਾਈ ਹੋਰੀ ਕਹਿਣ ਕਿ ਯਾਰ ਅਸਾਂ ਤਹਿਰਾਨ ਸ਼ਹਿਰ ਜਾਣਾ, ਤੂੰ ਸਾਨੂੰ ਤਹਿਰਾਨ ਸ਼ਹਿਰ ਖਾਰ ਉੱਥੇ ਜਾ ਕੇ ਸਾਨੂੰ ਨਾ ਲਾ ਦੇ, ਅੱਗੋਂ ਅਸੀਂ ਜਾਣੀ ਸਾਡਾ ਕੰਮ ਦੇ। ਅੱਛਾ। ਤੂੰ ਬਸ ਉੱਥੋਂ ਤੱਕ ਸਾਨੂੰ ਛੱਡਿਓ। ਉਹ ਫਿਰ ਉਸ ਹਿਸਾਬ ਨਾਲ ਉਹਨਾਂ ਨਾਲ ਪੇਮੈਂਟ ਹੋਈ, ਉਹਨਾਂ ਨਾਲ ਉਹਨਾਂ ਦੀ ਡੀਲ ਹੋਈ। ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਅੱਛਾ। ਤੇ ਉੱਥੇ ਗੱਡੀ ਤੇ ਪਹੁੰਚੇ ਆ। ਤੇ ਉਹਨਾਂ ਬਾਬਾ ਜੀ ਰਾਤੀ ਅਗਲੇ ਦਿਨ ਸਰਗੀ ਟਾਈਮ ਉਹਨਾਂ ਕਿਹਾ ਜੀ 5 ਬੰਦੇ ਹੋ ਚੁੱਕਾਂਗੇ, 5 ਬੰਦੇ ਅਗਲੇ ਦਿਨ ਸਵੇਰ 24 ਘੰਟਿਆਂ ਬਾਅਦ। ਅੱਛਾ। ਤੇ ਪਹਿਲੇ ਫੇਰੇ 'ਚ ਮੈਂ ਆਇਆ, ਪਹਿਲੇ ਉਹਨਾਂ ਨੂੰ ਮੈਂ ਕਿਹਾ ਮੈਂ ਆਪੀ ਜਾਵਾਂਗਾ। ਅੱਛਾ। ਤੇ ਮੈਂ ਆਪੀ ਜਾਵਾਂਗਾ, ਮੈਂ ਕਿ ਮੈਂ ਮਾਜੂ ਖਾਂ ਨਹੀਂ, ਮਤਲਬ ਕਿ ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਂ ਵੀ ਜਾਣਾ ਬਾਬਾ ਜੀ। ਮੈਂ ਉੱਥੋਂ ਬਾਬਾ ਜੀ ਉਹਨਾਂ ਨੂੰ ਕਿਹਾ ਕਿ ਯਾਰ ਮੈਂ ਵੀ ਜਾਣਾ ਵੇ। ਉਹਨਾਂ ਪੰਜਾਂ ਦੇ ਵਿੱਚ ਮੈਂ ਵੀ ਸ਼ਾਮਲ ਹੋ ਗਿਆ ਪਹਿਲੀ ਟੈਕਸੀ 'ਚ। ਤੇ ਜਿਨ੍ਹਾਂ ਭਾਈ ਹੋਰਾਂ ਦੇ ਨਾਲ ਅਸੀਂ ਗਏ ਆ ਉਹ ਦੂਜੀ ਟੈਕਸੀ 'ਚ ਆਏ ਹਨ ਅਗਲੇ ਦਿਨ। ਇੱਕ ਦਿਨ ਦਾ ਵਕਫਾ ਪਿਆ। ਤੇ ਉਹ ਉਹਨਾਂ ਨੇ ਨਾ ਉਹਨਾਂ ਛੱਡਿਆ ਕਿੱਥੇ ਦੱਸਣ ਲੱਗਾ, ਉਹ ਜੀਪ ਜੀ ਨਹੀਂ ਹੁੰਦੀ, ਜੀਪ ਟਾਈਪ ਗੱਡੀ ਹੁੰਦੀ ਜਿਹਦੇ ਪਿੱਛੇ ਟਾਇਰ ਲੱਗਾ ਹੁੰਦਾ, ਉਹ ਗੱਡੀ ਸੀਗੀ ਉਹਨਾਂ ਕੋਲ। ਤੇ 5 ਜਣੇ ਹਾਂ, 3 ਜਣੇ ਪਿੱਛੇ ਲੰਮਿਆ ਪਏ ਹਨ। ਉਹਦੇ ਪਿੱਛੇ ਇੱਕ ਜਗ੍ਹਾ ਬਣੀ ਹੁੰਦੀ ਜਿੱਥੇ ਟਾਇਰ ਰੱਖਦੇ ਨੇ ਸਮਾਨ ਸਮੂਨ ਕੋ, ਪਿੱਛੋਂ ਅੱਜ ਬੂਹਾ ਖੋਲਦਾ ਹੋਵੇ ਤੇ ਉਹ ਨਿੱਕੀ ਜਿਹੀ ਇੰਨੀ ਕੁ ਜਗ੍ਹਾ ਹੁੰਦੀ ਹੈ। ਤੇ ਉਹਦੇ ਅੱਗੇ 2 ਸੀਟਾਂ ਹੁੰਦੀਆਂ, ਫਿਰ ਅੱਗੇ 2 ਡਰਾਈਵਰ ਦੀਆਂ ਹੁੰਦੀਆਂ। ਇੰਜ ਜੋ ਗੱਡੀ ਹੁੰਦੀ, ਲੰਮੀ ਗੱਡੀ ਹੁੰਦੀ। ਤੇ 2 ਡਰਾਈਵਰ ਬੈਠੇ ਸਨ, ਇੱਕ ਮਤਲਬ ਕਿ ਹੈਲਪਰ ਸੀਗਾ ਉਹਦੇ ਨਾਲ, ਤੇ ਇੱਕ ਡਰਾਈਵਰ ਸੀ। ਉਹਦੇ ਪਿੱਛੇ ਸਾਡੇ 2 ਬੰਦੇ ਬੈਠੇ ਹਨ। ਉਹਦੇ ਪਿੱਛੇ ਜਿਹੜੀ ਜਗ੍ਹਾ ਬਣੀ 3 ਬੰਦੇ ਉਹਦੇ ਵਿੱਚ ਲੰਮਿਆ ਪਾਇਆ, ਇੰਜ ਲੰਮੇ ਪੈ ਕੇ ਲੇਟ ਕੇ ਆਉਣਾ ਸੀ। ਅੱਗੇ ਨਹੀਂ ਸੀ ਉਹ ਪਾ ਸਕਦੇ ਕਿਉਂਕਿ ਉਹ ਨਾਕੇ ਵੀ ਹਨ, ਕੁਝ ਰਸਤੇ ਇਸ ਤਰ੍ਹਾਂ ਦਾ ਸੀ। ਉਹ ਕਹਿੰਦਾ ਇਸ ਤਰ੍ਹਾਂ ਵੀ ਪਿੱਛੇ 3 ਸਵੇਰੇ 6 ਵਜੇ ਨਾ ਲੋ ਲੱਗਦੀ ਪਈ। ਤੇ ਉਹਨੇ ਸਾਨੂੰ ਪਿੱਛੇ, ਮੈਂ ਵੀ ਪਿੱਛੇ ਲੰਮਾ ਪਿਆ ਖੁਦ। ਇੱਕ ਦੀਆਂ ਲੱਤਾਂ ਇੰਜ ਨੂੰ ਲੱਤਾਂ ਕਰਕੇ ਸਿਰ ਇੱਧਰ, ਤੇ ਮੇਰੀਆਂ ਲੱਤਾਂ ਇੱਧਰ ਨੇ, ਸਿਰ ਇੱਧਰ, ਤੇ ਦੂਜੇ ਦਾ ਫਿਰ ਸਿਰ ਉੱਧਰ, ਲੱਤਾਂ ਇੱਧਰ ਨੇ। ਮਤਲਬ ਕਿ ਇੱਕ ਮੰਨਾ ਦੋਵਾਂ ਪਾਸੇ ਲੱਤਾਂ ਦੇ ਵਿਚਕਾਰ, ਤੇ 2 ਬੰਦੇ ਇੰਜ ਫਸ ਗਏ ਜੋ
ਤੈ ਲਾ ਕੇ ਬਾਇਆ ਸੀ ਤੈ ਲਾ ਕੇ ਉਹਨੇ ਬਾਇਆ ਸੀ। ਤੇ ਕਿੰਨੇ ਘਣੇ 6 ਘਣਿਆਂ ਦਾ ਸੀ ਉਹ ਵੀ 6 ਘੰਟੇ ਦਾ ਸਰ 6 ਘੰਟੇ ਤੇ ਰਾਨੇ ਲੱਗਦਾ ਵੇ ਅਲਬਾਨੀਆ ਬਾਰਡਰ ਤੋਂ ਲੈ ਕੇ। ਅੱਛਾ ਠੀਕ ਗੱਡੀ ਵਾਲਾ ਤੂਲ ਚਲਾਈ ਉਹਨੇ ਵਾਲਾ ਤੂਲ ਲਾਈ ਕੋਈ 12 ਦਾ ਟਾਈਮ ਹੋਇਆ ਵੇ ਚੌੜੀ 6 ਆਹੋ 12 ਦਾ 12 1 ਦਾ ਟਾਈਮ ਸੀਗਾ। ਉਹਨੇ ਸਾਨੂੰ ਨਾ ਪਤਾ ਕਿੱਥੇ ਲਾਇਆ ਜਿਵੇਂ ਆਹ ਪਿੱਛੇ ਦੇਖਦਾ ਨਹੀਂ ਪਿਆ ਜੰਗਲ 'ਚ ਹਾਂ ਜੰਗਲ ਇੰਜ ਉਹਨੇ ਨਾ ਇੱਕ ਪਿੰਡ ਦੇ ਵਿੱਚ ਉਹਦੀ ਗੱਡੀ ਖੜ ਗਈ ਸ਼ਹਿਰ ਹੈ ਸਾਹਮਣੇ ਸ਼ਹਿਰ ਹੈ ਲੇਕਿਨ ਉਹਨੇ ਨਾ ਥੋੜਾ ਜਿਹਾ ਹਟਾਵਾਂ ਕਰਕੇ ਟੋਨ ਜਿਹਾ ਉਹਨੇ ਟੋਨ ਦੇ ਵਿੱਚ ਸਾਨੂੰ ਕੱਢ ਕੇ ਨਾ ਗੱਡੀ ਉੱਥੇ ਯਕਦਮ ਬੰਦ ਕਰਕੇ ਉਹਨੇ ਫਟਾਫਟ ਲਾਉ ਉਤਰੋ ਥੱਲੇ ਉਹ ਤੋਂ ਉਹਨੇ ਬਾਹਰ ਸੁੱਟਿਆ ਸਾਨੂੰ ਜਿਵੇਂ ਕਿ ਪਤਾ ਨਹੀਂ ਜਿਵੇਂ ਕਿ ਮੈਂ ਤੈਨੂੰ ਇੰਤਕਾ ਦੇ ਦਿਆਂ ਸੁੱਟ ਇੰਜ ਸੁੱਟਿਆ ਕਿ ਮਤਲਬ ਉਹਨਾਂ ਲਾ ਛੜਿਆ ਸਾਨੂੰ ਕਿ ਨਿਕਲ ਨੂੰ ਜਦ ਕੱਲੀ ਵੱਡੀ ਹੋ ਜੂ। ਤੇ ਉਹ ਸਭ ਗੱਡੀ 'ਚੋਂ ਉਤਰੇ ਆ ਤੇ ਗੱਡੀ 'ਚੋਂ ਉਤਰ ਕੇ ਫਿਰ ਹੁਣ ਅੱਗੋਂ ਉਹ ਤੁਰ ਗਿਆ ਸਾਨੂੰ ਉਹਨੇ ਲਾਂਘਿਆ ਸਾੜ ਹੁਣ ਗੱਡੀ ਚਾਬੀ ਲਈ ਨਿਕਲ ਗਏ ਅਸੀਂ ਹੁਣ ਉੱਥੇ 5 ਖਲੋਤੇ ਆ। ਹੁਣ ਅੱਗੋਂ ਉਹਨੇ ਮੈਨੂੰ ਜਿਹੜਾ ਸਮਝਾ ਕੇ ਘੱਲਿਆ ਸੀ ਸਾਨੂੰ ਕਿ ਤੁਸੀਂ ਉੱਥੇ ਜਾਇਆ ਜੇ ਫਲਾਣੇ ਆਪਣਾ ਤੁਹਾਡੇ ਕੋਲ ਮੋਬਾਈਲ ਚਾਰਜ ਕਰਿਆ ਜੇ ਮੈਨੂੰ ਫੋਨ ਮਾਰਿਆ ਜੇ ਤੇ ਮੈਂ ਅੱਗੋਂ ਤੁਹਾਨੂੰ ਦੱਸਾਂਗਾ ਕਿ ਕਿੱਧਰ ਜਾਣਾ। ਤੇ ਉਹ ਅੱਗੋਂ ਮਤਲਬ ਕਿ ਉਹਨੇ ਦੱਸਣਾ ਸੀ ਸਾਨੂੰ ਕਿ ਅੱਗੋਂ ਕਿੱਥੇ ਜਾਣਾ ਤੁਹਾਨੂੰ ਉੱਥੇ ਜੂਨ ਲਾਵੇਗਾ ਤੁਸੀਂ ਮੈਨੂੰ ਫੋਨ ਮਾਰਿਆ ਜੇ। ਉੱਥੇ ਪੁਲਿਸ ਫਾੜ ਵੀ ਲਵੇ ਪਹਿਲੀ ਗੱਲ ਤੇ ਪੁਲਿਸ ਫਾੜਦੀ ਨਹੀਂ ਅਲਬਾਨੀਆ ਦੇ ਵਿੱਚ ਤਰਾਨੇ ਜਾ ਕੇ ਤੁਸੀਂ ਉਹਨਾਂ ਦੇ ਮੈਂ ਨਾ ਤਰਲੇ ਵੀ ਪਾਓਗੇ ਨਾ ਉਹਨਾਂ ਦੇ ਬੂਹੇ 'ਚ ਬਹਿ ਜਾਓ ਕਿਉਂਕਿ ਅਸੀਂ ਆਪੀ ਅੱਧਾ ਪੌਣਾ ਘੰਟਾ ਉਹਦੇ ਬੂਹੇ ਦੇ ਵਿੱਚ ਬੈਠੇ ਹਾਂ ਕਿ ਫੜੋ ਸਾਨੂੰ ਆਪਣਾ ਕੈਂਪ ਘੱਲੋ ਜਾਂ ਕਿਸੇ ਸਾਨੂੰ ਰਹਿਣ ਦੀ ਜਗ੍ਹਾ ਦਿਓ। ਉਹ ਕਹਿਣ ਖੱਲੀ ਵਾਰੀ ਫਿਰ ਉੱਥੇ ਸਾਨੂੰ ਪੁਲਿਸ ਵਾਲੇ ਨੇ ਦੱਸਿਆ ਕਿ ਯਾਰ ਇੱਥੇ ਸਾਹਮਣੇ ਹੋਟਲ ਹੈ ਤੇ ਹੋਟਲ 'ਚ ਜਾਓ ਤੇ 10 ਰੁਪਏ ਘੰਟਾ ਲਏਗੀ ਆਪਣਾ 10 ਰੁਪਏ 24 ਘੰਟਿਆਂ ਦੇ ਸੋਰੀ 10 ਯੂਰੋ ਤੇ ਉੱਥੇ ਤੁਸੀਂ ਆਪਣਾ ਜਾਓ ਤੇ ਤੁਸੀਂ ਰਵੋ ਬਾਕੀ ਫਿਲਹਾਲ ਹਾਂ ਕੈਂਪ ਬੰਦ ਕੀਤੇ ਮੇਰਾ ਖਿਆਲ ਹੈ ਇਹ ਵੀ ਕੈਂਪ ਬੰਦ ਨੇ ਅਲਬਾਨੀਆ ਦੇ। ਅੱਛਾ ਤੇ ਚੋਰੀ ਉਹ 10 ਰੁਪਏ ਫੀ ਬੰਦੇ ਤੇ 10 ਰੁਪਏ ਚੋਰੀ ਉੱਥੇ ਵਾਈਫਾਈ ਬੈੱਡ ਪੂਰਾ ਮੈਂ ਹੋਟਲ ਯਾਰ ਹੋਟਲ ਦੀ ਮੈਂ ਗੱਲ ਕਰ ਰਿਹਾ ਅਸੀਂ ਗਏ ਆ ਇੰਜੀ ਗੰਦ ਦਾ ਭਰਿਆ ਮੈਂ ਗਿਆ ਮੈਂ ਜਾ ਕੇ ਉਹਦੇ ਨਾਲ ਇੰਗਲਿਸ਼ 'ਚ ਗੱਲ ਕੀਤੀ ਉਹ ਆਰ ਯੂ ਆਖਿਆ ਅੱਗੋਂ ਗੱਲ ਹੀ ਨਹੀਂ ਆਈ ਮੈਨੂੰ। ਹੁਣ ਮੈਨੂੰ ਕਹਿੰਦੀ ਕਿੱਧਰ ਮੈਂ ਕਿਹਾ 1 ਰੂਮ 5 ਪੀਪਲ ਤੇ ਚਾਹੀਦਾ ਚਾਬੀ ਕੀ ਕਹਿੰਦੇ ਨਾ ਕੀ ਉਹ ਕਵੇ ਜੀ ਤੁਸੀਂ ਚੰਗਰੋ ਕਿੱਧਰ ਆਏ ਹੋ। ਸਹੀ ਗੱਲ ਹੈ ਇੰਜੀ ਬੰਦਾ ਬਣਿਆ ਹੁੰਦਾ ਉਹਦੀ ਕੀ ਆਪਣਾ ਹਾਲ ਕੀ ਬਣਾਇਆ ਜੋ ਕਹਿੰਦੀ ਉੱਤੇ ਗੰਦ ਨਹੀਂ ਪਾਉਣਾ। ਤੇ ਉਹਦੇ ਟਰਾਂਸਲੇਸ਼ਨ ਉਹਨੇ ਕੱਢਿਆ ਮੋਬਾਈਲ ਟਰਾਂਸਲੇਸ਼ਨ ਕੀਤਾ ਆਪਣੀ ਅਲਬਾਨੀ ਤੇ ਇੱਧਰ ਪਾਕਿਸਤਾਨੀ ਬੋਲੀ ਦੇ ਵਿੱਚ ਉਰਦੂ ਜ਼ੁਬਾਨ ਦੇ ਵਿੱਚ ਉਹ ਫਿਰ ਉਹਦੇ 'ਚ ਬੋਲ ਕੇ ਨਾ ਤੇ ਫਿਰ ਮੇਰੇ ਅੱਗੇ ਕਰਦੀ ਫਿਰ ਮੈਂ ਉਹਨੂੰ ਕਿਹਾ ਕੋਈ ਮੁਸ਼ਕਿਲ ਨਹੀਂ ਪ੍ਰੋਬਲਮ ਨਹੀਂ ਹੋ ਲੱਗੀ। ਤੇ ਫਿਰ ਉਹ ਸਾਡੇ ਨਾਲ ਉੱਤੇ ਕਮਰੇ 'ਚ ਗਈ ਹੈ ਉਹਨੇ ਜਾ ਕੇ ਸਾਨੂੰ ਕਮਰਾ ਵਿਖਾਇਆ ਉਹਨੇ ਕਿਹਾ ਤੈਨੂੰ ਰਾਜੀ ਆਪਣਾ ਪਸੰਦ ਜੇ ਉਹ ਮੈਂ ਕਿਹਾ ਪਸੰਦ ਹੈ ਤੂੰ ਦੇਣ ਵਾਲੀ ਗੱਲ ਕਰ ਚਾਬੀ ਦੇ ਫਟਾਫਟ ਜੰਗਲਾਂ 'ਚ ਸੌਣ ਵਾਲੀ ਕੌਮ ਉਹ ਆਹਾਂ ਉਹਨੂੰ 50 ਯੂਰੋ ਪਹਿਲਾਂ ਥੱਲੇ ਦਿੱਤੇ ਨੇ 5 ਬੰਦੇ ਫਿਰ ਅਸੀਂ ਉਹਦੇ ਨਾਲ ਉੱਤੇ ਗਏ ਫਿਰ ਉਹਨੇ ਸਾਨੂੰ ਉੱਤੇ ਕਰਿਆ ਚਾਬੀ ਦਿੱਤੀ ਉਹਨੇ ਕਿਹਾ ਫਿਰ ਉਹ ਬੜਾ VIP ਸੀ ਮੈਂ ਉਹਦੀ ਤਸਵੀਰ ਇੱਕ ਦਿਨ ਦਿਆਂਗਾ ਉਹ ਲਾਈ ਉੱਥੇ ਉਹ ਤੇ ਮੈਂ ਖਿੱਚੀ ਤੇ ਸੋਫੇ ਤੇ ਬੈਠਿਆ ਸੋਫੇ ਲੱਗੇ ਤੇ ਪੂਰਾ VIP ਨਿਜ਼ਾਮ ਉਹ ਮੈਂ ਟੈਂਡ ਕਰਾਈ ਤੇ ਉਹ ਚੋਰੀ ਅਸੀਂ ਬੈਠੇ ਆ ਗਏ ਆ 5 ਜਣੇ ਅੰਦਰ ਜਾ ਕੇ ਵੇਖਿਆ ਬੜਾ ਨਿਜ਼ਾਮ ਜਾ ਕੇ ਵਾਰੀ ਨਹਾਤੇ ਆ ਥੱਲੇ ਦੁਕਾਨ ਤੇ ਗਏ ਆ ਤੇ ਸਾਬਣ ਸੁਬਨ ਲਿਆਂਦੇ ਨੇ ਆਪਣਾ ਸਮਾਨ ਲਿਆਂਦਾ ਥੋੜਾ ਬਹੁਤਾ ਨਹਾ ਧੋ ਕੇ ਕੱਪੜੇ ਹਨ ਬੈਗ ਦੇ ਵਿੱਚ ਕੋਈ ਪੈਣਾ ਛੜਲਾ ਪੁਰਾਣੀਆਂ ਸਾਰੇ ਹੀ ਧੋਤੇ ਫਿਰ ਉੱਥੇ ਹਾਂਜੀ ਉੱਥੇ ਮਲ ਕੇ ਹੋਟਲ ਦੇ ਵਿੱਚ ਗੰਦ ਪੈ ਗਿਆ ਉਹ ਕਮਰੇ ਦੇ ਵਿੱਚ ਇੱਧਰ ਜਾਓ ਮੁਸ਼ਕ ਤੇ ਇੱਧਰ ਜਾਓ ਬੋ ਪੂਰੇ ਹੋਟਲ ਉੱਤੇ ਹੋ ਗਈ ਉਹ ਉਹਨੇ ਚੰਗਰਵਾੜਾ ਜੋ ਬੋ ਪੈ ਗਈ ਜਲਾਬਾਂ ਧੋ ਰਹੇ ਨਹੀਂ ਲੈ ਸਾਬਣ ਕਿੱਥੋਂ ਲਿਆ ਸਾਬਣ ਥੱਲੋਂ ਦੁਕਾਨ ਤੋਂ ਕੇ ਅੱਛਾ ਸਰਫ ਸਾਬਣ ਲੈਂਦੇ ਉਹ ਸਰਫ ਸਾਬਣ ਸਾਰਾ ਕੁਝ ਥੱਲੋਂ ਲੈਂਦਾ ਫਿਰ ਦੁਕਾਨ ਤੋਂ ਸਾਹਮਣੇ ਸਹੀ ਕੋਈ ਇਸ਼ਾਰਾ ਕਰੀ ਤੇ ਬਾਕੀ ਤੁਹਾਨੂੰ ਪਤਾ ਹੀ ਯਾਰ ਸ਼ਾਇਦ ਸਾਹਮਣੇ ਪਈ ਹੁੰਦੀ ਚੁੱਕ ਲਵੋ ਪੈਸੇ ਦੇਣੇ ਹੁੰਦੇ ਨੇ ਉਹ ਇਹੀ ਯੂਰੋ ਦੇਣੇ ਆ ਸਾਡੇ ਕੋਲ ਯੂਰੋ ਹਨ ਫਿਰ ਉਹਨੂੰ ਪੈਸੇ ਪੂਸੇ ਦਿੱਤੇ ਸਮਾਨ ਸਮੂਨ ਲਿਆ ਉੱਤੇ ਆ ਕੇ ਧੋਨੇ ਆ ਪਏ ਉਹ ਆ ਨਹੀਂ ਕਿ ਛੋਟਾ ਜਿਹਾ ਹੁੰਦਾ ਵੇ ਉਹ ਤੇ ਹੋਟਲਾਂ ਦੇ ਵਿੱਚ ਅਕਸਰ ਇੱਕ ਨਹਾਣ ਵਾਲਾ ਹੁੰਦਾ ਨਿੱਕਾ ਜਿਹਾ ਤੇ ਉਹਦੇ ਅੰਦਰ ਹੀ ਇੱਕ ਮੂੰਹ ਧੋਣ ਵਾਲਾ ਉਹਨਾਂ ਵੇਸਨ ਜਿਹਾ ਲਾਇਆ ਹੁੰਦਾ ਨਹਾਣ ਵਾਲਾ ਛੋਟਾ ਜਿਹਾ ਮਤਲਬ ਇੱਕ ਹੀ ਡੱਬੇ ਦੇ ਵਿੱਚ ਉਹਨਾਂ ਦੋਵੇਂ ਕੰਮ ਕੀਤੇ ਨੇ ਇੱਧਰ ਵਾਸ਼ਰੂਮ 'ਚ ਤੁਸੀਂ ਬਹਿ ਜਾਂਦੇ ਹੋ ਸੀਟ ਜੀ ਤੇ ਇੱਧਰ ਤੁਸੀਂ ਨਹਾ ਲਵੋ ਸ਼ੀਸ਼ਾ ਜਿਹਾ ਲੱਗਾ ਉਹ ਇੰਜ ਦਾ ਤੇ ਅਸੀਂ ਇੰਜ ਹੀ 5 ਜਣੇ ਲਾਈਨ 'ਚ ਲੱਗ ਗਏ ਆ ਉਹ 2 ਜਣੇ ਉੱਧਰ ਧੋਂਦੇ ਆ ਜਿੱਥੇ ਨਹਾਈਦਾ ਉੱਥੇ ਬਹਿ ਗਏ ਆ ਬਾਹਰ ਚਿੱਕਰ ਹੋ ਗਿਆ ਕੰਬੜੇ ਚੋਲਾ ਵਾਲਾ ਕਿਉਂਕਿ ਉਹ ਫਿਰ ਨਿਜ਼ਾਮ ਇਸ ਤਰ੍ਹਾਂ ਫਿਰ ਉੱਥੋਂ ਉੱਠੇ ਫਿਰ ਆਪਣਾ ਉਹ ਪੁਰਾਣੇ ਆਪਣਾ ਜਿਹੜੇ ਕੱਪੜੇ ਹਨ ਜਿਹੜੇ ਨਹੀਂ ਪਾਉਣ ਵਾਲੇ ਰੇ ਪਾੜ ਗਏ ਹਨ ਉਹਨਾਂ ਨਾਲ ਫਿਰ ਉਹ ਸਾਰੀ ਸਫਾਈ ਅਸੀਂ ਆਪ ਹੀ ਕੀਤੀ ਅੰਦਰ ਸੈਟਮੈਂਟ ਕੀਤਾ ਫਿਰ ਬਾਹਰੋਂ ਇੱਕ ਪਰਫਿਊਮ ਲਿਆਂਦੀ ਪਰਫਿਊਮ ਇੱਕ ਲੈ ਗਏ ਸਾਨੂੰ 5 ਯੂਰੋ ਦੀ ਲੱਭੀ
ਉਹ ਪਰਫਿਊਮ ਲਿਆਂਦੀ, ਫਿਰ ਉਹ ਸਾਰੀ ਅੰਦਰ ਛਿਣਕੀ ਕਮਰੇ ਦੇ ਵਿੱਚ ਬੈੱਡਾਂ ਦੇ ਮਾਰੀ, ਆਪਣੇ ਆਪ ਤੇ ਮਾਰੀ, ਸਾਰੇ ਆਪਣੇ ਛਿਣਕੀ ਬੋ ਮਾਰੀ ਆਪਣੀ ਜਿਹੜੀ ਬੋ ਲੈ ਤੇ ਫਿਰ ਉੱਥੋਂ ਫਿਰ ਅਸੀਂ ਰਾਤ ਪਈ ਉਹਨਾਂ ਨਾਲ ਫਿਰ ਰਾਤੀ ਰਾਬਤਾ ਕੀਤਾ ਕਿ ਆਪਣਾ ਹੋਟਲ ਹੁਟਲ ਆਹ ਲਿੱਲੇ ਆ ਸਾਰਾ ਕੁਝ ਕਰ ਲਿਆ, ਫਿਰ ਰਾਬਤਾ ਕੀਤਾ। ਅੱਛਾ। ਤੇ ਜਦੋਂ ਅਸੀਂ ਆਏ ਆ ਨਾ, ਮੈਂ ਹੋਟਲ ਤੋਂ ਪਹਿਲਾਂ ਦੀ ਗੱਲ ਦੱਸਾਂ, ਜਦੋਂ ਅਸੀਂ ਮਤਲਬ ਕਿ ਸ਼ਹਿਰ ਦੇ ਵਿੱਚ ਇੰਟਰ ਹੋਇਆ ਪੈਦਲ ਹੀ ਵੜਦੇ ਤੇ ਅਸੀਂ ਇੰਟਰ ਹੋਏ ਤੇ ਹੁਣ ਸਾਡੀ ਸਲਾਹ ਹੈ ਜੀ ਰੋਟੀ ਖਾਈਏ। ਅੱਛਾ। ਰੋਟੀ ਖਾਣੀ ਹੈ ਜੀ, ਭੁੱਖ ਲੱਗੀ ਹੈ ਹਾਂਜੀ, ਅੱਗਾ ਦੀ ਕਸਮ ਹੈ। ਮੈਂ ਨਾ ਨਾਜ਼ਰੀਨ ਅਸੀਂ ਜਦੋਂ ਇੰਜ ਗਏ ਨਾ ਹੋਟਲ ਦੇ ਅੰਦਰ, ਅੱਛਾ, ਲੋਕ ਵੇਖਣ ਸਾਡੇ ਵਾਲੇ ਚੰਗਰ ਆ ਗਏ ਇੰਜ ਹੀ। ਕੱਪੜੇ ਬਦਲੇ ਨਹੀਂ ਸੀ? ਨਹੀਂ ਜਦੋਂ ਅਸੀਂ ਆਏ ਆ ਮੈਂ ਉਹਦੇ ਹੋਟਲ 'ਚ ਤੁਰ ਗਿਆ। ਹੋਟਲ ਤੋਂ ਪਹਿਲਾਂ ਦੀ ਮੈਨੂੰ ਗੱਲ ਮੈਂ ਦੱਸਣਾ ਵਾ, ਮੇਰਾ ਖਿਆਲ ਹੈ ਹੋਟਲ ਉਹਦੀ ਤਸਵੀਰ ਹਾਫਜ਼ ਮੇਰੇ ਕੋਲ ਤਸਵੀਰ ਪਈ ਹੈ, ਉਹ ਤਸਵੀਰ ਲਾਣੀ ਉਹਦੇ ਤੇ ਨਾ, ਜਿਹੜੀ ਮੈਂ ਹੋਟਲ ਦੇ ਅੰਦਰ ਤਸਵੀਰ ਮੈਂ ਖਿੱਚੀ ਰੋਟੀ ਖਾਂਦੇ ਆ। ਤੇ ਅਸੀਂ ਇੰਜ ਅੰਦਰ ਬਣੇ ਆ, ਇੰਜ ਲੰਮਾ ਜਿਹਾ ਹੋਟਲ ਜਿਹਾ ਬਣਿਆ ਸੀਗਾ, ਉਹ ਖਾਣ ਪਕਾਉਣ ਵਾਲਾ, ਰੋਟੀ ਦਿੰਦੇ ਆ। ਅੰਦਰ ਬਣੇ ਆ ਤੇ 2 ਅਲਬਾਨੀ ਬੈਠੇ ਨੇ, 2 ਇੱਕ ਜੋੜਾ ਮੀਆਂ ਬੀਵੀ ਬੈਠੇ ਨੇ ਤੇ 2 ਬੰਦੇ ਬੈਠੇ ਨੇ ਤੇ ਇੱਕ ਮੇਰਾ ਖਿਆਲ ਲੇਡੀਜ਼ ਬੈਠੀ, ਇਕੱਲੀ ਕੁੜੀ ਬੈਠੀ। ਤੇ ਅਸੀਂ ਇੰਜ ਬਣੇ ਆ ਨਾਜ਼ਰੀਨ 5 ਜਣੇ, ਬੈਗ ਪਾਏ ਨੇ, ਜੁਲਾਬਾਂ ਉਹ ਕੀ ਕਹਿੰਦੇ ਨੇ ਉਹਨੂੰ, ਤਸਮੇ ਖੁੱਲੇ ਨੇ ਤੇ ਗਲਮੇ ਇੰਜ ਖੁੱਲੇ ਨੇ ਤੇ ਜਰਸੀਆਂ ਤੇ ਮਸਾਂ ਕਿ ਉੱਤੋਂ ਮੇਰੀ ਤੇ ਟਿੰਡ ਹੋਈ ਸੀ, ਉਹ ਬਾਗੀਆਂ ਦੇ ਵਾਲ ਖਿਲੜੇ ਇੰਜ ਹੀ ਵੜ ਗਏ ਅੰਦਰ। ਤੇ ਤੁਹਾਂ ਯਕੀਨ ਨਹੀਂ ਕਰਨਾ, ਉਹਨਾਂ ਲੋਕ ਜਿੰਨੇ ਉੱਥੇ ਬੈਠੇ ਸਨ ਜਾਂ ਜਿੰਨੇ ਉਹਦੇ ਆਲੇ ਦੁਆਲੇ ਹੋਟਲ ਦੇ ਬਾਹਰ ਖਲੋਤੇ ਸਨ, ਸਾਰੇ ਇੰਜ ਵੇਖਣ ਲੱਗ ਪਏ ਸਾਡੇ ਵੱਲ ਜਿਵੇਂ ਕਿ ਮਸਾਂ ਕਿ ਪਤਾ ਨਹੀਂ ਕਿਹੜੀ ਚੀਜ਼ ਆ ਗਈ, ਪਿਓ ਮਾਰਿਆ ਕਿੱਥੋਂ ਆ ਗਏ ਨੇ। ਉਹ ਸਾਨੂੰ ਕਹਿਣ ਚੰਗਰ ਸਮਝਦੇ ਹਨ, ਅਸੀਂ ਤਾਂ ਆਪਣੇ ਆਪ ਨੂੰ ਕਹੀਦਾ ਯਾਰ ਸਾਨੂੰ ਚੰਗਰ ਸਮਝਦੇ, ਪਤਾ ਨਹੀਂ ਕਿੱਥੋਂ ਆ ਗਏ। ਤੇ ਤੁਹਾਂ ਯਕੀਨ ਨਹੀਂ ਕਰਨਾ ਕਿੰਨੇ ਦੇ ਅਲਬਾਨੀਆ ਵਿੱਚ ਚੱਲਦਾ ਲੈਕੀ ਤੇ ਮੇਰਾ ਖਿਆਲ ਚੱਲਦਾ, ਹਾਂ ਲੈਕੀ ਚੱਲਦਾ, ਉਹ ਕਰੰਸੀ ਚੱਲਦੀ ਲੈਕੀ ਨਾਂ ਲਿਆ ਜਾਂਦਾ। ਤੇ ਅੰਦਰ ਗਏ, ਉੱਥੇ ਨਾ ਇੱਕ ਪਲੇਟ ਲੱਭਦੀ ਹੈ ਚੋਲਾਂ ਦੀ, ਐਡੀ ਕੋ ਪਲੇਟ ਲੱਭਦੀ ਹੈ, ਚੰਗੀ ਭਰ ਕੇ ਦਿੰਦੇ ਨੇ। ਤੇ ਜਾਂ ਹੋਰ ਤੁਸੀਂ ਦਹੀਂ ਲੈਂਦੇ ਹੋ, ਕੋਈ ਚੀਜ਼ ਲੈਂਦੇ ਹੋ, ਉਹ ਸਸਤੀ ਤੁਹਾਨੂੰ ਲੱਭਦੀ, ਮਤਲਬ ਕਿ ਤੁਸੀਂ ਉੱਥੇ 2 ਯੂਰੋ ਦੇ ਵਿੱਚ ਨਾ ਤੁਸੀਂ ਰੱਜ ਕੇ ਰੋਟੀ ਖਾ ਸਕਦੇ ਹੋ। ਮੈਂ ਰੱਜ ਕੇ ਤੁਹਾਨੂੰ ਰੋਟੀ ਖਾ ਲੈਣੀ। ਹੁਣ ਮੈਂ ਕੋਈ ਕਰੰਸੀ ਤੁਹਾਨੂੰ ਦੱਸਣਾ ਤੁਸੀਂ ਕਿਵੇਂ ਖਾ ਸਕਦੇ। ਉਹ ਨਾ ਜਦੋਂ ਅੰਦਰ ਗਏ ਤੇ ਹੁਣ ਅਸੀਂ ਪਹਿਲਾਂ ਸਲਾਹ ਕਰਨ ਲੱਗ ਪਏ ਜੀ, ਕੀ ਮੁਰਗੀ ਲਵਾਈਏ, ਕੋਸ਼ਾ ਲਵਾਈਏ, ਨਿੱਕਾ ਲਵਾਈਏ, ਕੀ ਲਵਾਈਏ। ਸਲਾਹ ਸਲੂ ਐਂਡ ਤੇ ਬਣੀ ਜੀ 2 ਮੁਰਗੀਆਂ ਲਵਾ ਲਓ, 5 ਬੰਦੇ ਆ, ਨਾਲ 1-2 ਚਾਵਲਾਂ ਦੀ ਪਲੇਟ ਹੋ ਜੇ, ਦਹੀਂ ਦੀਆਂ ਡੱਬੀਆਂ 1-1 ਹੋ ਜਾਣ, ਤੇ ਨਾਲ ਪੈਪਸੀ ਹੋ ਜਾਵੇ 1-1 ਟੀਨ ਪੈਕ ਵੱਖਰਾ ਤੇ ਨਾ ਚੰਗਰ। ਉੱਥੇ ਪੂਰਾ ਟੇਬਲ ਸੱਜ ਗਿਆ, ਲੋਕੀ ਵੇਖਣ ਦੇ ਨੇ, ਅੱਲਾ ਦੀ ਕਸਮ ਹੈ ਮੇਰਾ ਖਿਆਲ ਉੱਥੇ ਉਹਨਾਂ ਖਾਣਾ ਖਾਧਾ ਹੀ ਨਹੀਂ ਗਏ ਨੇ, ਸਾਰੇ ਵਾਂ ਵੇਖ ਰਹੀ ਹੈ ਸਾਡੇ ਵੱਲ, ਅਸੀਂ ਖਾ ਰਹੇ ਆ ਦਬਲ ਕੇ ਆ ਸਾਰਾ ਕੁਝ ਹੀ, ਹੱਡੀਆਂ ਵੀ ਉੱਥੇ ਇੰਜ ਸੈਰ ਤੇ ਧਰੀਆਂ, ਖਾ ਪੀ ਕੇ ਡਕਾਰ ਮਾਰ ਕੇ ਉੱਠੇ ਆ, ਇੰਜ ਬਹਿ ਗਏ ਆ। ਫਿਰ ਉੱਠ ਗਏ ਨਾ ਬਾਬਾ ਜੀ ਕਾਊਂਟਰ ਵੱਲ ਗਏ ਆ, ਜ਼ੁਬਾਨ ਤੇ ਹੁੰਦੀ ਕੋਈ ਨਹੀਂ, ਕੋਈ ਇੰਗਲਿਸ਼ ਨਹੀਂ, ਤੇ ਉਹ ਸਾਨੂੰ ਆਪਣੀ ਜ਼ੁਬਾਨ 'ਚ ਪਤਾ ਨਹੀਂ ਕੀ ਕਹੀ ਜਾਵੇ। ਤੇ ਅਸੀਂ ਉਹਨੂੰ ਦਿੱਤੇ 30 ਯੂਰੋ, ਮਤਲਬ ਕਿ ਅਸੀਂ ਕਿਹਾ ਬੜਾ ਬਿੱਲ ਬਣਿਆ, 25-30 ਯੂਰੋ ਬਣ ਗਏ ਹੋਣਗੇ, ਲੇਕਿਨ ਇੰਨੇ ਬਣੇ ਨਹੀਂ। ਅਸੀਂ ਉਹਨੂੰ 30 ਯੂਰੋ ਦਿੱਤੇ, ਉਹਨੇ ਸਾਨੂੰ 1500 ਰੁਪਈਆ ਤੇ ਵਾਪਸ ਘਰ ਛੱਡਿਆ ਉੱਥੋਂ ਦਾ। ਉਹ ਮਤਲਬ ਕਿ ਮੇਰਾ ਖਿਆਲ ਹੈ ਡਬਲ ਤੋਂ ਟ੍ਰਿਪਲ ਰੁਪਈਏ ਦਾ ਰੇਟ ਸੀ। 1 ਰੁਪਈਆ ਹੁਣ ਮੈਨੂੰ ਪੱਕਾ ਯਾਦ ਨਹੀਂ ਹੈ ਕਿੰਨੇ ਪੈਸੇ ਬਣਦੇ ਸੀ, 10 ਰੁਪਈਏ ਯਾਰ ਡਬਲ ਪੈਸੇ ਬਣਦੇ ਸੀ ਉੱਥੇ, ਚੋਖੇ ਬਣ ਜਾਂਦੇ। ਤੇ ਅਸੀਂ ਆਪਣੇ ਹਿਸਾਬ ਨਾਲ ਬੈਠੇ ਹਾਂ ਯਾਰ, 20 ਦੀ ਰੋਟੀ ਖਾ ਲਈ ਹੋਏਗੀ, ਇੰਨੇ ਬਣ ਗਏ ਹੋਣਗੇ, 3 ਦੀ ਮੁਰਗੀ ਫਲਾਨ ਢੀਂਗ ਆਪਣਾ ਹਿਸਾਬ ਤੋਂ ਲਾ ਕੇ 30 ਯੂਰੋ ਦਿੱਤੇ, ਉਹਨੇ 1500 ਰੁਪਈਆ ਉੱਥੋਂ ਦਾ ਸਾਨੂੰ ਵਾਪਸ ਕਰ ਛੜਿਆ। ਠੀਕ ਹੈ, ਉਹ 1500 ਦਾ ਜਿਹੜਾ ਨਾ ਸਾਨੂੰ ਉਹਨੇ ਵਾਪਸ ਕੀਤਾ, ਉਹਨੇ ਕਿਹਾ ਠੀਕ ਹੈ ਤੁਹਾਡੇ ਪੂਰੇ ਹੋ ਗਏ ਨੇ। ਠੀਕ ਹੈ, ਮਤਲਬ ਕਿ ਇੰਨੇ ਉਹਨਾਂ ਨੂੰ ਪੈਸੇ ਅਸੀਂ ਉਹਨਾਂ ਸਾਡੇ ਕੋਲ ਲੈ ਲਏ ਆਪਣੇ ਹਿਸਾਬ ਨਾਲ, ਪਤਾ ਨਹੀਂ ਉਹਨਾਂ ਕਿੰਨੇ ਪੈਸੇ ਕੱਟ ਲਏ, ਹਜ਼ਾਰਾਂ ਨਾਲ, ਕਿੰਨੇ ਹਜ਼ਾਰਾਂ ਦੀ ਰੋਟੀ ਖਾਧੀ। ਉਹ ਫਿਰ ਲੋਕੀ ਸਾਡੇ ਵੱਲ ਵੇਖਣ ਕਿ ਇਹ ਆਪਣਾ ਕੀ ਨਿਜ਼ਾਮ, ਕਿਉਂਕਿ ਉੱਥੇ ਲੋਕਾਂ ਇੱਕ ਪਲੇਟ ਲਵਾਈ ਸੀ ਚਿੱਟੇ ਚੌਲਾਂ ਦੀ, ਤੇ ਉੱਤੇ ਉਹ ਲੋਬੀਆ ਪਾਇਆ, ਤੇ ਜਾਂ ਕੋਈ ਕੋਲੀ ਉਹਦੀ ਲੈ ਕੇ ਬੈਠਾ ਸੀ ਦਹੀਂ ਦੀ, ਤੇ ਉੱਤੇ ਚੀਨੀ ਪਾ ਕੇ ਉਹ ਖਾ ਰਿਹਾ, ਸਿੰਪਲ ਜਿਹਾ ਖਾਂਦਾ, ਸਿੰਪਲ ਜੀ 7 ਅਪ। ਉਹ ਅਸੀਂ ਤੇ ਪਾਕਿਸਤਾਨੀ ਉਤੋਂ ਭੁੱਖ ਦੇ ਮਾਰੇ ਉਹ ਇੰਨਾ ਖਾਧਾ ਕਿ ਜੂਆਂ 'ਚ ਬਾਹਰ ਨਿਕਲੇ ਆਣਾ, ਜਿਵੇਂ ਮਤਲਬ ਕੋਈ ਸ਼ੂਟਿੰਗ ਵਾਲਾ ਬੰਦਾ ਨਹੀਂ ਹੁੰਦਾ, ਜਾਂ ਕੋਈ ਹੀਰੋ ਆ ਜਾਂਦੇ ਤੇ ਸਟਾਰ ਆ ਜਾਂਦਾ ਆਟੋਗ੍ਰਾਫ ਵਾਲੇ। ਅਸੀਂ ਵੀ ਫਿਰ ਉਥੋਂ ਇੰਜ ਬਾਹਾਂ ਸਿੱਧੀਆਂ ਪਤਲੀਆਂ ਕੀਤੀਆਂ, ਭੁੱਖ ਰੱਜ ਗਏ ਅਸੀਂ, ਪਾਕਿਸਤਾਨੀ ਭੁੱਖੇ ਨੰਗੇ, ਉਤੋਂ ਬੈਗ ਪਾਇਆ, ਇੰਜ ਹੀ ਨਿਕਲੇ, ਲੋਕੀ ਸਾਡੇ ਵੱਲ ਵੇਖ ਰਹੇ ਨੇ। ਤੇ ਫਿਰ ਬਾਹਰ ਨਿਕਲੇ ਆ, ਤੇ ਉਹ ਜਿਹੜਾ ਨਾ ਨਾਲ ਹੀ ਥਾਣਾ ਸੀ ਬਿਲਕੁਲ, ਫਿਰ ਉਹਦੇ ਕੋਈ ਨਾਲ ਹੀ ਥਾਣੇ 'ਚ ਅਸੀਂ ਵੜ ਗਏ, ਤੇ ਲੋਕੀ ਸਾਡੇ ਪਿੱਛੇ ਜਿਵੇਂ ਕਿ ਅਸੀਂ ਪਤਾ ਨਹੀਂ ਕੀ ਚੀਜ਼ ਆ।
ਤੇ ਉਹ ਜਦ ਥਾਣੇ ਦੇ ਬੂਹੇ ਗਏ ਸਾਰੇ ਤੁਰ ਤਰ ਗਏ, ਫਿਰ ਉਹ ਲੋਕੀ ਪਿੱਛੇ ਇੰਨਾ ਵੀ ਨਹੀਂ ਨਾ ਆਏ। ਉਹ ਲੋਕ ਬਹੁਤ ਨਾਈਸ ਲੋਕ ਨੇ, ਬਹੁਤ ਚੰਗੇ ਨੇ। ਅਲਬਾਨੀ ਵਾਲੇ ਮੁਸਲਮਾਨ ਨੇ? ਮੁਸਲਮਾਨ ਨੇ। ਅੱਛਾ ਠੀਕ ਹੈ, ਵਿੱਚ ਹੈ ਨੇ 2 ਨੰਬਰ ਵੀ ਹੈ ਨੇ, ਉਹ ਗਰੀਕੇ ਵੀ ਉੱਥੇ ਰਹਿੰਦੇ ਨੇ। ਉਹ ਮਤਲਬ ਕਿ ਬਹੁਤ, ਲੇਕਿਨ ਜ਼ਿਆਦਾਤਰ ਉਹ ਮੁਸਲਮਾਨ ਹੀ। ਅੱਛਾ, ਮਸਜਿਦਾਂ ਵੀ ਬਣੀਆਂ ਨੇ। ਅੱਛਾ। ਤੇ ਉਹ ਸੜਕਾਂ ਰੋਡਾਂ ਟੁੱਟੀਆਂ, ਸਾਡੇ ਪਾਕਿਸਤਾਨ ਵਾਲਾ ਹਿਸਾਬ ਹੈ। ਹਾਂ, ਗੰਦ ਪਏ ਆ, ਟਰਾਲੀਆਂ ਲੁੱਦੀਆਂ ਪਈਆਂ ਉੱਤੇ ਸੜਕਾਂ ਦੇ ਉੱਤੇ, ਵਾਹ ਜੀ ਨਿਜ਼ਾਮ ਪਏ ਆ, ਕੋਈ ਚੱਕਰ ਨਹੀਂ। ਤੇ ਲੋ ਬਾਬਾ ਜੀ ਅਸੀਂ ਥਾਣੇ ਦੇ ਬੂਹੇ ਕੋ ਤੁਰ ਗਏ, ਬੈਗ ਪਾਏ ਨੇ, ਉੱਥੇ ਹੀ ਬਹਿ ਗਏ ਆ ਬੂਹੇ ਦੇ ਵਿੱਚ, ਬਰੂਹਾਂ 'ਚ ਬਹਿ ਗਏ ਜਿਵੇਂ ਮੰਗਣ ਵਾਲੇ ਨਹੀਂ ਹੁੰਦੇ। ਅੱਛਾ। ਤੇ ਦੁਕਾਨਾਂ ਵਾਲੇ ਸਾਡੇ ਬਾਹਰ ਖਲੋ ਕੇ ਵੇਖਣ, ਜਿਵੇਂ ਅਸੀਂ ਬਾਹਰ ਦੁਕਾਨ ਦੇ ਬੂਹੇ ਖਲੋ ਕੇ ਵੇਖੀਦਾ ਕਿ ਬਾਹਰ ਕੀ ਹੋ ਰਿਹਾ, ਇੰਜ ਵੇਖ ਰਹੇ। ਤੇ ਅਸੀਂ ਬਹਿ ਕੇ ਆਪੇ 'ਚ ਕਹੀ ਜਾਂਦੇ, ਉਹ ਯਾਰਾ ਕੀ ਸਾਡੇ ਵੱਲ ਵੇਂਦੇ ਨਹੀਂ ਪਏ, ਅਸੀਂ ਕੀ ਮਤਲਬ ਆਪੇ 'ਚ ਹੱਸਣੇ ਆ। ਇੰਨੀ ਚਿਰ 'ਚ ਪੁਲਿਸ ਵਾਲਾ ਕੈਮਰੇ ਦੇ ਵਿੱਚੋਂ, ਪਤਾ ਨਹੀਂ ਉਹਨੇ ਸਾਨੂੰ ਕਿੱਥੋਂ ਦੀ ਵੇਖਿਆ, ਉਹ ਆਇਆ ਬਾਹਰ। ਉਹਨੇ ਕਿਹਾ ਪਤਾ ਨਹੀਂ ਕੀ ਕਹੀ ਜਾਂਦੇ, ਸਾਨੂੰ ਨਹੀਂ ਪਤਾ। ਉਹਨੇ ਕਿਹਾ ਕਿੱਧਰ, ਤੇ ਅਸੀਂ ਕਿਹਾ ਫੜੋ, ਸਾਨੂੰ ਹੱਥ ਕਰੀ ਲਾ, ਤੇ ਆਪਣਾ ਕੈਂਪ ਰੋਲਾ ਪਾਇਆ। ਉਹ ਕਹਿੰਦਾ ਨੋ ਕੈਂਪ, ਇੰਗਲਿਸ਼ ਉਹਨੇ ਆਖਿਆ ਨੋ ਕੈਂਪ। ਤੇ ਕਹਿੰਦਾ ਉਹ ਇੰਗਲਿਸ਼ ਉਹਨੂੰ ਵੀ ਨਹੀਂ ਆਉਂਦੀ, ਇੰਜ ਇਸ਼ਾਰੇ ਕਰਨ ਦੇ। ਕਹਿੰਦਾ ਇੰਜ ਨੂੰ ਜਾਓ, ਤੇ ਹੋਤੇ ਇੰਜ ਕਰਕੇ ਉਹਨੇ ਨਾਂ ਲਿਆ। ਉਹਨੇ ਕਿਹਾ ਇੰਜ ਨੂੰ ਨਿਕਲ ਜਾਓ, ਦਫਾ ਹੋ ਮੇਰੇ ਮਗਰੋਂ ਲੈ ਜਾਓ, ਸਿੱਤਰ ਕੇ ਤਾਂ ਮਨਾ ਕੋਈ। ਉਹਨੇ ਕਿਹਾ ਵਿਸਣਾ। ਅੱਛਾ। ਅਸੀਂ ਉਦੋਂ ਉੱਠੇ ਆਈਗਾ, ਮਾਰੋ ਇਹਨੂੰ, ਇਹੋ ਜਿਹੇ ਪੁਲਿਸ ਵਾਲੇ ਨੂੰ ਲੱਤਾਂ ਭੰਨਣੀਆਂ ਚਾਹੀਦੀਆਂ। ਉਹਨੂੰ ਆਖਣਾ ਸੀ ਪੋਲੀ ਮਾਲਾ ਕੀ ਹੈ। ਉਹ ਬੜਾ ਕੁਝ ਉਹਨੂੰ ਆਪਣੀ ਜ਼ੁਬਾਨ 'ਚ ਬੜੀਆਂ ਗਾਲਾਂ ਕੱਢੀਆਂ। ਅਸੀਂ ਉਹਨੂੰ ਕਿਹਾ ਇੰਨਾ ਜ਼ਲੀਲ ਹੋ ਗਏ ਆ, ਤੈਨੂੰ ਪਤਾ ਹੀ ਨਹੀਂ, ਤੈਨੂੰ ਸਾਡੀ ਕਦਰ ਹੀ ਨਹੀਂ। ਇਹਨਾਂ ਨੂੰ ਲੋਕਾਂ ਨੂੰ ਪੁੱਛ ਜਿੰਨੇ ਦੀ ਆਹ ਰੋਟੀ ਖਾਧੀ, ਤੈਨੂੰ ਕੀ ਪਤਾ ਹੈ। ਉਹਨੇ ਮੂੰਹ ਤੇ ਉਹਨੂੰ ਕਹਿ ਰਿਹਾ, ਮੂੰਹ ਤੇ ਗੱਲ ਕਰਨੀ ਚਾਹੀਦੀ ਬਾਬਾ ਜੀ, ਮੂੰਹ ਤੇ ਫਿਰ ਬੜੀਆਂ ਗੱਲਾਂ। ਹਾਂਜੀ, ਕੈਮਰੇ ਤੇ ਗੱਲ ਹੋ ਰਹੀ, ਕਿਉਂਕਿ ਉਹਨੂੰ ਪਤਾ ਜੋ ਨਹੀਂ ਹੋ ਸਕਦਾ ਉਹ ਮੈਨੂੰ ਵੇਖੇ, ਲੇਕਿਨ ਉਹ ਪਛਾਣੇਗਾ ਨਹੀਂ, ਕਿਉਂਕਿ ਉਦੋਂ ਟਿੰਡ ਸੀਗੀ। ਤੇ ਉਹ ਜਿਹੜਾ ਨਾ ਬਾਬਾ ਜੀ, ਅਸੀਂ ਹੋਟਲ ਫੇ ਤੁਰ ਗਏ। ਫਿਰ ਹੋਟਲ ਦਾ ਸਿਲਸਿਲਾ ਤੁਹਾਨੂੰ ਦੱਸਿਆ ਵੀ, ਕੱਪੜੇ ਛਪੜੇ ਧੋਤੇ, ਬਾਹਰ ਤਾਲਾਂ ਤੇ ਪਾਤੇ, ਤੇ ਰਾਤ ਪੈ ਗਈ। ਹੁਣ ਰਾਤ ਦਾ ਉਹਨਾਂ ਨੂੰ ਫੋਨ ਕੀਤਾ ਪਿੱਛੇ, ਉਹਨਾਂ ਕਿਹਾ ਜੀ ਅਸੀਂ ਉਹਨਾਂ ਨੂੰ ਦੱਸਿਆ ਕਿ ਠੀਕ ਠਾਕ ਅਸੀਂ ਹੋਟਲ 'ਚ ਆ ਗਏ, ਕੈਂਪ ਸ਼ੈਂਪ ਬੰਦ ਨੇ, ਸਾਰਾ ਸਿਸਟਮ ਉਹਨਾਂ ਨੂੰ ਅਸੀਂ ਦੱਸ ਛੜਿਆ। ਹੁਣ ਅਗਲੇ ਦਿਨ ਉਹਨਾਂ ਸਵੇਰੇ ਆਉਣਾ ਸੀ, ਤੇ ਰਾਤ ਅਸੀਂ ਹੁਣ ਕੱਢਣੀ ਸੀ ਉੱਥੇ। ਅੱਛਾ। ਤੇ ਭੁੱਖ ਵੀ ਸੀ, ਉਸ ਤੋਂ ਬਾਅਦ ਰਾਤ ਨੂੰ ਵੀ ਲੱਗ ਗਈ। ਤੇ ਅਸੀਂ ਕਿਹਾ ਚਲੋ ਜੀ, ਨਾਲੇ ਸ਼ਹਿਰ ਫੇਰਨੇ ਆ, ਨਾਲੇ ਰੋਟੀ ਖਾਣੇ ਆ। ਪੁਲਿਸ ਸਾਨੂੰ ਅੱਗੇ ਨਹੀਂ ਫੜਦੀ, ਜੇ ਫੜੇਗੀ ਕੈਂਪ ਲੈ ਜਾਏਗੀ, ਉਹ ਸਾਡੇ ਲਈ ਬਿਹਤਰ ਹੋ ਜਾਏਗਾ। ਲੇਕਿਨ ਉਹਨੇ ਸੀ, ਅਸੀਂ ਬਿਲਕੁਲ ਫਰੀ ਹੋ ਗਏ ਨਾ, ਉਹ ਸਾਰਾ ਤੇਰਾਨਾ ਸ਼ਹਿਰ ਬਾਬਾ ਜੀ ਫਿਰੇ। ਵਾਹ, ਲੂਰ ਫਿਰੇ ਆ, ਪੈਦਲ ਹੀ ਇੰਜ ਨੂੰ ਜਾ ਰਹੇ ਆ, ਇੰਜ ਨੂੰ। ਫਿਰ ਉਦੋਂ ਅਸੀਂ ਤਿਆਰ ਹੋ ਕੇ ਬਾਬਾ ਜੀ ਨਿਕਲੇ ਨਾ। ਵਾਹ। ਆਪਣਾ ਬੂਟ ਸ਼ੂਟ ਧੋਤੇ, ਹਰ ਸ਼ਹਿਰ ਸੈੱਟ ਮੈਟ ਕਰਕੇ ਫਿਰ ਅਸੀਂ ਉੱਥੋਂ ਨਿਕਲੇ ਆ। ਇਹ ਨਹੀਂ ਕਿ ਫੇਰ ਚੰਗਰ ਬਣ ਗਏ, ਨਹੀਂ। ਫਿਰ ਉਦੋਂ ਫਿਰ ਮੈਂ ਉਹ ਕੈਬ ਉੱਥੋਂ ਲਈ ਇੱਕ ਅਲਬਾਨੀ ਕੋ, ਤੇ ਉਹ 5 ਯੂਰੋਆਂ ਦੀ ਕਿ 3 ਯੂਰੋਆਂ ਦੀ। ਅਸੀਂ ਸਾਡੇ ਕੋਲ ਹੈ ਹੀ ਯੂਰੋ, ਤੁਹਾਨੂੰ ਪਤਾ ਹੀ ਨਹੀਂ ਕਰੰਸੀ ਇਹਨਾਂ ਦਾ ਕੀ ਸਿਸਟਮ ਹੈ। ਜਿਹੜਾ 1500 ਮਿਲਿਆ ਉਹ ਕਿੱਦਾਂ ਗਿਆ? ਉਹ 1500 ਦੀ ਅਸੀਂ ਰਾਤੀ ਫਿਰ ਉੱਥੋਂ ਪੀਜ਼ਾ ਖਾਦਾ, ਦੋ ਪੀਜ਼ੇ ਖਾਦੇ ਨਾਲ ਬੋਤਲਾਂ ਪੀਤੀਆਂ, ਤਾਂ ਵੀ ਉਹਨੇ 15 ਸਾਨੂੰ ਉੱਥੋਂ ਦੇ 15 ਰੁਪਏ ਵਾਪਸ ਕੀਤੇ। ਵੱਡੇ ਪੀਜ਼ੇ 2 ਲਵਾਏ, ਰਾਤ ਦਾ ਖਾਣਾ ਸੀ ਜਿਹੜਾ ਨਾ, ਪੀਜ਼ੇ ਖਾਦੇ ਨਾਲ ਬੋਤਲਾਂ। ਉਹ ਫਿਰ ਅਸੀਂ ਉਹਨੂੰ ਜਿੰਨੇ ਸਾਡੇ ਕੋਲ 1500 1800 ਜਿਹੜਾ ਵੀ ਉਹਨੇ ਸਾਨੂੰ ਦਿੱਤਾ ਸੀ, ਉਹਨੂੰ ਦੇ ਚੜਿਆ। ਉਹਨੇ ਸਾਨੂੰ ਤਾਂ ਵੀ 15-20 ਰੁਪਏ ਉਹਨੇ ਸਾਨੂੰ ਵਾਪਸ ਕੀਤੇ। ਅਸੀਂ ਕਿਹਾ ਇਹ ਤਾਂ ਬੜਾ ਸਿਸਟਮ ਹੈਗੇ। ਤੇ ਫਿਰ ਅਸੀਂ ਉਦੋਂ ਰੋਟੀ ਖਾਧੀ, ਚਲੇ ਗਏ। ਰਾਤੀ ਫਿਰ ਫਿਰੇ, ਬੜਾ ਫਿਰੇ ਜੀ ਰਾਤ ਨੂੰ। ਅੱਛਾ। ਸਾਰਾ ਫਿਰੇ, 2-3 ਦਿਨ ਵੀ ਹੋ ਗਏ ਜਿਹਨੂੰ ਨਾ, ਮਤਲਬ ਗਲੀਆਂ ਦੇ ਵਿੱਚ ਘੁੰਮਣਾ, ਫਿਰ ਅਗਲੀ ਗਲੀ 'ਚ ਨਿਕਲਣਾ ਬਹਾਨੇ ਨਾਲ। ਸਾਰਾ ਸਿਸਟਮ ਵੇਖਿਆ ਉੱਥੇ, ਫਿਰ ਤੇਰਾਨਾ ਸਾਰਾ ਫਿਰੇ ਤੁਰੇ। ਅੱਛਾ। ਤੇ ਫਿਰ ਬਾਬਾ ਕੈਂਪ ਤੁਰ ਗਏ, ਸੌਂ ਗਏ। ਤੇ ਸਵੇਰੇ ਕੈਂਪ ਲੱਭ ਗਿਆ? ਨਹੀਂ, ਕੈਂਪ ਨਹੀਂ, ਆਪਣਾ ਹੋਟਲ 'ਚ। ਅੱਛਾ, 10 ਵਾਲੇ ਹੋਟਲ 'ਚ ਗਏ ਆ। ਉਹ ਜਨਾਨੀ ਸਾਨੂੰ ਕਹਿੰਦੀ ਪਈ ਤਿਆਰ ਸ਼ਿਆਰ ਹੋ ਕੇ ਹੁਣ ਆਏ ਨੇ, ਤੇ ਆਪਣਾ ਸਾਰੇ ਲੋਕ ਯਾਰ ਉਹ ਇੰਜ, ਕਿਉਂਕਿ ਉੱਥੇ ਪਾਕਿਸਤਾਨੀ ਜਾਂ ਕੋਈ ਵੀ ਖਾਰਜੀ ਬੰਦੇ ਬਹੁਤ ਘੱਟ ਨੇ। 2 ਨੰਬਰ ਬੰਦੇ ਜਿਹੜੇ ਨਾ ਸਾਡੇ ਵਰਗੇ ਉਧਰ, ਕਿਉਂਕਿ ਕੋਈ ਜਾਂਦਾ ਹੀ ਨਹੀਂ, ਰੁਝਾਨ ਹੀ ਨਹੀਂ ਲੋਕਾਂ ਦਾ। ਜੇ ਲੇਕਿਨ ਜਾਂਦੇ ਵੀ ਬੜੇ ਨਹੀਂ, ਹਾਫਿਜ਼ ਜਾਂਦੇ ਵੀ ਬੜੇ ਨੇ, ਲੇਕਿਨ ਉਹ ਮੇਰਾ ਖਿਆਲ ਹੈ ਪਹਿਲਾਂ ਕੋਈ ਦੌਰ ਹੁੰਦਾ ਜਦੋਂ ਜਾਂਦੇ ਸਾਡੇ ਹੁੰਦੇ ਨੇ। ਫਿਰ ਸਾਨੂੰ ਅਗਲੇ ਦਿਨ ਫਿਰ ਜਦੋਂ ਉਹ ਆਏ ਉੱਥੇ ਆਪਣਾ